Friends, how are you all? I hope you will be fine and having studious fun at your home. So, students, today we will discuss about lesson 3 Birbal's Khichdi. So, student, in this chapter we will read a story and you should also read along me. ਤਾਂ ਬੇਟਾ ਬੀਰਬਲਸ ਖਿਚੜੀ ਆ, ਠੀਕ ਹੈ। ਆਪਾਂ ਇਹਦੀਆਂ ਐਕਟੀਵਿਟੀਜ਼ ਲੇਟਰ ਔਨ ਕਰਾਂਗੇ। ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਪੁੱਤਰ ਜੀ ਰੀਡਿੰਗ ਬੀਰਬਲਸ ਖਿਚੜੀ ਦੀ। ਤਾਂ ਰੀਡਿੰਗ ਪਾਰਟ, ਲੈਟ ਅਸ ਰੀਡ ਦ ਸਟੋਰੀ। ਤਾਂ ਸਟੋਰੀ ਰੀਡ ਕਰਾਂਗੇ ਬੇਟਾ। ਮੇਰੇ ਪਿੱਛੇ ਪਿੱਛੇ ਤੁਸੀਂ ਵੀ ਰੀਡ ਕਰਨਾ। ਆਈ ਵਿਲ ਪੌਜ਼ ਮਾਈ ਸੈਲਫ so that you can read the story along with me. Birbal's Khichdi. It was winter time. ਇਹ ਸਰਦੀਆਂ ਦਾ ਸਮਾਂ ਸੀ। The ponds and the lakes near Akbar's palace were frozen. ਹਾਂਜੀ, ਕਹਿੰਦਾ ਪਾਣੀ ਦੇ ਸੋਮੇ, ਪੌਂਡਸ ਦਾ ਮਤਲਬ ਹੁੰਦਾ, ਕੀ ਹੁੰਦਾ ਪੌਂਡਸ ਦਾ ਮਤਲਬ? ਟੋਬੇ ਹੁੰਦੇ ਨੇ ਜਿਹੜੇ ਬੇਟਾ। ਲੇਕਸ ਹੁੰਦੀਆਂ ਨੇ ਝੀਲਾਂ। ਟੋਬੇ ਤੇ ਝੀਲਾਂ। ਨੀਅਰ ਦਾ ਮਤਲਬ ਹੈ ਬੇਟਾ ਨੇੜੇ। ਅਕਬਰਜ਼ ਦਾ ਪੈਲੇਸ ਮਤਲਬ ਅਕਬਰ, ਜਦੋਂ ਬੇਟਾ ਇਸ ਤਰ੍ਹਾਂ ਨਾਲ ਐਸ ਲੱਗਿਆ ਹੋਵੇ ਨਾ, ਇਹਨੂੰ ਬੋਲਦੇ ਆ ਐਪੋਸਟਰੋਫ ਐਸ, ਠੀਕ ਹੈ ਜੀ। ਤਾਂ ਇਹਦਾ ਮਤਲਬ ਹੁੰਦਾ ਅਕਬਰ ਦਾ ਪੈਲੇਸ ਮਤਲਬ ਮਹਿਲ। ਵਰ ਆਲ ਫਰੋਜ਼ਨ, ਸਾਰੇ ਜੰਮੇ ਹੋਏ ਸੀ। ਕਹਿੰਦਾ ਟੋਬੇ ਤੇ ਝੀਲਾਂ ਜਿਹੜੀਆਂ ਵੀ ਅਕਬਰ ਦੇ ਪੈਲੇਸ ਦੇ ਕੋਲ ਸੀ, ਉਹ ਸਾਰੀਆਂ ਕੀ ਸੀ? ਜੰਮੀਆਂ ਹੋਈਆਂ ਸੀ। ਐਟ ਅਕਬਰਜ਼ ਕੋਰਟ, ਠੀਕ ਹੈ ਜੀ। ਅਕਬਰ ਦੀ ਕੋਰਟ ਵਿੱਚ। ਕੋਰਟ ਦਾ ਮਤਲਬ ਕੀ? ਜਿਹੜਾ ਉਹਨੇ ਉੱਥੇ ਮੋਹ ਲਾਇਆ ਹੁੰਦਾ ਆਪਣਾ ਦਰਬਾਰ, ਠੀਕ ਹੈ ਜੀ। ਐਟ ਅਕਬਰਜ਼ ਕੋਰਟ, ਅਕਬਰ ਦੇ ਕੋਰਟ ਦੇ ਵਿੱਚ ਇਹ ਕੁਛ ਹੋ ਰਿਹਾ ਹੁਣ ਉੱਥੇ। ਅਕਬਰ ਆਸਕਡ ਬੀਰਬਲ, ਅਕਬਰ ਨੇ ਬੀਰਬਲ ਤੋਂ ਪੁੱਛਿਆ। ਆਸਕਡ ਦਾ ਮਤਲਬ ਹੁੰਦਾ ਪੁੱਤ ਪੁੱਛਿਆ। ਆਸਕ ਦਾ ਮਤਲਬ ਹੁੰਦਾ ਪੁੱਛਣਾ। ਕੀ ਪੁੱਛਿਆ? ਉਹਨੇ ਪੁੱਛਿਆ ਟੈਲ ਮੀ ਵਨ ਥਿੰਗ, ਮੈਨੂੰ ਇੱਕ ਗੱਲ ਦੱਸ। ਬੀਰਬਲ, ਡੂ ਯੂ ਥਿੰਕ ਅ ਮੈਨ ਵਿਲ ਡੂ ਐਨੀਥਿੰਗ ਫॉर ਮਨੀ? ਹਾਂਜੀ, ਡੂ ਯੂ ਥਿੰਕ ਦਾ ਮਤਲਬ ਕੀ ਤੂੰ ਸੋਚਦਾ। ਅ ਮੈਨ, ਇੱਕ ਆਦਮੀ, ਵਿਲ ਡੂ ਐਨੀਥਿੰਗ ਫॉर ਮਨੀ, ਪੈਸੇ ਲਈ ਕੁਝ ਵੀ ਕਰੇਗਾ। ਤਾਂ ਉਹਨੇ ਪੁੱਛਿਆ ਬੇਟਾ ਅਕਬਰ ਨੇ ਬੀਰਬਲ ਤੋਂ ਵੀ ਤੂੰ ਮੈਨੂੰ ਇੱਕ ਗੱਲ ਦੱਸ, ਕੀ ਤੂੰ ਸੋਚਦਾ ਕਿ ਇੱਕ ਆਦਮੀ ਪੈਸੇ ਲਈ ਕੁਝ ਵੀ ਕਰੇਗਾ? ਦੇਖੋ ਇਹ ਦਰਬਾਰ ਲੱਗਿਆ ਹੋਇਆ ਪਿਕਚਰ ਦੇ ਵਿੱਚ, ਦੇਖੋ ਇਹ ਦਰਬਾਰ ਲੱਗਿਆ ਹੋਇਆ। ਲੈਫਟ ਹੈਂਡ ਸਾਈਡ 'ਤੇ ਆਈ ਥਿੰਕ ਬੀਰਬਲ ਹੈ, ਅਤੇ ਰਾਈਟ ਹੈਂਡ ਸਾਈਡ 'ਤੇ ਉਹਦਾ ਕੋਈ ਹੋਰ ਦਰਬਾਰੀ ਆ। ਅਤੇ ਅਕਬਰ ਆ ਜਿਹੜਾ ਉਹ ਟੌਪ 'ਤੇ ਬੈਠਾ, ਇੱਕ ਮਚਾਨ ਦੇ ਉੱਤੇ ਬੈਠਾ ਹੈਗਾ, ਠੀਕ ਹੈ। ਦੈਨ ਬੀਰਬਲ ਰਿਪਲਾਈਡ ਯੈਸ ਯੂਅਰ ਮੈਜੈਸਟੀ। ਬੀਰਬਲ ਰਿਪਲਾਈਡ ਦਾ ਮਤਲਬ ਆ ਪੁੱਤਾ ਬੀਰਬਲ ਨੇ ਉੱਤਰ ਦਿੱਤਾ। ਰਿਪਲਾਈ ਦਾ ਮਤਲਬ ਉੱਤਰ ਹੁੰਦਾ ਨਾ, ਰਿਪਲਾਈਡ ਦਾ ਮਤਲਬ ਉੱਤਰ ਦਿੱਤਾ। ਯੈਸ ਯੂਅਰ ਮੈਜੈਸਟੀ, ਹਾਂ ਮਹਾਰਾਜ। ਯੂਅਰ ਮੈਜੈਸਟੀ ਆ ਬੇਟਾ ਜਿਹੜਾ ਇਹ ਸ਼ਬਦ ਨਾ ਗੋਰਿਆਂ ਦਾ ਮਹਾਰਾਜ ਵਾਸਤੇ ਹੁੰਦਾ, ਠੀਕ ਹੈ। ਤਾਂ ਜਿਹੜੇ ਵੀ ਰਾਜ ਉਹਨਾਂ ਨੂੰ ਬਿਲੋਂਗ ਕਰਦੇ ਨੇ, ਰਾਜੇ ਨੇ, ਮਹਾਰਾਜੇ ਨੇ, ਉਹਨਾਂ ਨੂੰ ਇਹ ਯੂਅਰ ਮੈਜੈਸਟੀ ਕਹਿ ਕੇ ਹੀ ਸੰਬੋਧਨ ਕਰਦੇ ਨੇ। ਕਿਉਂਕਿ ਆਪਾਂ ਇੰਗਲਿਸ਼ ਪੜ੍ਹ ਰਹੇ ਹਾਂ ਤਾਂ ਆਪਾਂ ਨੂੰ ਇੱਥੇ ਇੰਗਲਿਸ਼ ਦੇ ਵਿੱਚ ਇਹਨੂੰ ਮਹਾਰਾਜ ਨੂੰ ਕੀ ਕਹਿਣਾ ਪੈਣਾ? ਯੂਅਰ ਮੈਜੈਸਟੀ। ਅਕਬਰ ਆਰਡਰਡ, ਅਕਬਰ ਨੇ ਹੁਕਮ ਦਿੱਤਾ। ਦੇਖੋ ਹੁਣ ਉਹਨੇ ਕਿਹਾ ਨਹੀਂ, ਉਹਨੇ ਹੁਕਮ ਦਿੱਤਾ,
ठीक है, क्योंकि राजा गा ਤਾਂ ਉਹ ਹੁਕਮ ਹੀ ਦਊਗਾ। ਆਰਡਰ ਦਾ ਮਤਲਬ ਹੁੰਦਾ ਹੁਕਮ ਦਿੱਤਾ, ਆਰਡਰ ਦਾ ਮਤਲਬ ਹੁੰਦਾ ਹੁਕਮ। ਆਲ ਰਾਈਟ, ਠੀਕ ਹੈ। ਦੈਨ ਪ੍ਰੂਵ ਇਟ, ਠੀਕ ਹੈ ਤਾਂ THEN ਬੇਟਾ ਜਿਹੜਾ ਇਹ ਦੈਨ ਹੁੰਦਾ ਇਹਦਾ ਮਤਲਬ ਹੁੰਦਾ ਤਾਂ। ਪ੍ਰੂਵ ਇਟ, ਪ੍ਰੂਵ ਇਟ ਦਾ ਮਤਲਬ ਹੈ ਇਹਨੂੰ ਸਾਬਿਤ ਕਰੋ। ਠੀਕ ਹੈ, ਕਹਿੰਦਾ ਠੀਕ ਹੈ ਤਾਂ ਇਹਨੂੰ ਸਾਬਿਤ ਕਰੋ। ਦ ਨੈਕਸਟ ਡੇ, ਕਹਿੰਦਾ ਅਗਲੇ ਦਿਨ, ਬੀਰਬਲ ਕੇਮ ਟੂ ਦ ਕੋਰਟ ਅਲੋਂਗ ਵਿਦ ਦ ਬ੍ਰਾਹਮਣ। ਠੀਕ ਹੈ ਜੀ, ਬੀਰਬਲ ਅਗਲੇ ਦਿਨ ਦਰਬਾਰ ਦੇ ਵਿੱਚ ਆਇਆ ਇੱਕ ਬ੍ਰਾਹਮਣ ਦੇ ਨਾਲ। ਬ੍ਰਾਹਮਣ ਇੱਥੇ ਕੀ ਹੈ? ਇੱਕ ਬ੍ਰਾਹਮਣ। ਹੀ ਵਾਜ਼ ਐਕਸਟ੍ਰੀਮਲੀ ਪੂਅਰ। ਹੁਣ ਇੱਥੇ ਬੇਟਾ ਹੀ ਕਿਹਦੇ ਲਈ ਯੂਜ਼ ਕੀਤਾ ਗਿਆ? ਬੀਰਬਲ ਲਈ ਯੂਜ਼ ਕੀਤਾ ਗਿਆ ਜਾਂ ਬ੍ਰਾਹਮਣ ਲਈ ਯੂਜ਼ ਕੀਤਾ ਗਿਆ? ਓਬਵੀਅਸਲੀ ਬੀਰਬਲ ਤਾਂ ਬਹੁਤ ਅਮੀਰ ਸੀਗਾ, ਤਾਂ ਹੀ ਇੱਥੇ ਯੂਜ਼ ਕੀਤਾ ਗਿਆ ਬ੍ਰਾਹਮਣ ਦੇ ਲਈ। ਹੀ ਵਾਜ਼ ਐਕਸਟ੍ਰੀਮਲੀ ਪੂਅਰ, ਉਹ ਬਹੁਤ ਜ਼ਿਆਦਾ ਗਰੀਬ ਸੀ। ਐਕਸਟ੍ਰੀਮਲੀ ਦਾ ਮਤਲਬ ਹੁੰਦਾ ਬਹੁਤ ਜ਼ਿਆਦਾ, ਪੂਅਰ ਦਾ ਮਤਲਬ ਗਰੀਬ। ਐਂਡ ਅਤੇ ਹਿਜ਼ ਫੈਮਿਲੀ ਵਾਜ਼ ਸਟਾਰਵਿੰਗ, ਅਤੇ ਉਸਦਾ ਜਿਹੜਾ ਟੱਬਰ ਸੀਗਾ, ਜਿਹੜੀ ਉਸਦੀ ਫੈਮਿਲੀ ਸੀ, ਉਹ ਭੁੱਖੀ ਮਰ ਰਹੀ ਸੀ। ਵਾਜ਼ ਸਟਾਰਵਿੰਗ ਦਾ ਮਤਲਬ ਭੁੱਖੀ ਮਰ ਰਹੀ ਸੀ। ਸਟਾਰਵ ਦਾ ਮਤਲਬ ਹੁੰਦਾ ਬੇਟਾ ਭੁੱਖਾ, ਸਟਾਰਵਿੰਗ ਦਾ ਮਤਲਬ ਹੁੰਦਾ ਭੁੱਖ ਨਾਲ ਮਰਨਾ। ਠੀਕ ਹੈ। ਹੀ ਹੈਡ ਨੋ ਮਨੀ ਟੂ ਫੀਡ ਦੈਮ। ਹੀ ਹੈਡ, ਉਸ ਕੋਲ, ਨੋ ਮਨੀ, ਕੋਈ ਪੈਸਾ ਨਹੀਂ ਸੀ, ਟੂ ਫੀਡ ਦੈਮ, ਉਹਨਾਂ ਨੂੰ ਕੁਝ ਖਵਾਉਣ ਵਾਸਤੇ। ਫੀਡ ਦਾ ਮਤਲਬ ਹੁੰਦਾ ਉਹਨਾਂ ਨੂੰ ਭੋਜਨ ਦੇਣ ਵਾਸਤੇ। ਤਾਂ ਬ੍ਰਾਹਮਣ ਕੋਲ ਉਹਨਾਂ ਨੂੰ ਭੋਜਨ ਦੇਣ ਵਾਸਤੇ ਕੋਈ ਪੈਸਾ ਨਹੀਂ ਸੀ। ਬੀਰਬਲ ਸੈਡ ਟੂ ਦ ਕਿੰਗ, ਬੀਰਬਲ ਨੇ ਰਾਜੇ ਨੂੰ ਕਿਹਾ। ਸੈਡ ਟੂ ਦ ਕਿੰਗ ਮਤਲਬ ਰਾਜੇ ਨੂੰ ਕਿਹਾ। ਸੈਡ ਦਾ ਮਤਲਬ ਹੁੰਦਾ ਕਿਹਾ, ਸੇ ਦਾ ਮਤਲਬ ਹੁੰਦਾ ਕਹਿਣਾ, ਸੈਡ ਦਾ ਮਤਲਬ ਹੁੰਦਾ ਕਿਹਾ। ਕੀ ਕਿਹਾ? ਦਿਸ ਬ੍ਰਾਹਮਣ ਇਜ਼ ਰੈਡੀ ਟੂ ਡੂ ਐਨੀਥਿੰਗ ਫॉर ਦ ਸੇਕ ਆਫ ਮਨੀ। ਇਹ ਬ੍ਰਾਹਮਣ ਕੁਝ ਵੀ ਕਰਨ ਲਈ ਤਿਆਰ ਹੈ ਪੈਸੇ ਵਾਸਤੇ। ਠੀਕ ਹੈ ਜੀ, ਦਿਸ ਬ੍ਰਾਹਮਣ ਇਜ਼ ਰੈਡੀ ਟੂ ਡੂ, ਰੈਡੀ ਟੂ ਡੂ ਦਾ ਮਤਲਬ ਕਰਨ ਲਈ ਤਿਆਰ, ਐਨੀਥਿੰਗ ਮਤਲਬ ਕੁਝ ਵੀ, ਫॉर ਦ ਸੇਕ ਆਫ ਮਨੀ ਪੈਸੇ ਦੇ ਵਾਸਤੇ। ਠੀਕ ਹੈ, ਫॉर ਦ ਸੇਕ ਮਤਲਬ ਹੁੰਦਾ ਵਾਸਤਾ, ਇਹਦੇ ਵਾਸਤੇ। ਅਕਬਰ ਆਸਕਡ, ਅਕਬਰ ਨੇ ਪੁੱਛਿਆ, ਵਿਲ ਹੀ ਡੂ ਵਾਟ ਆਈ ਸੇ, ਕਹਿੰਦਾ ਕੀ ਇਹ ਉਹ ਕਰੂਗਾ ਜਿਹੜਾ ਮੈਂ ਕਹੂੰਗਾ? ਅੱਗੇ ਆਨਸਰ ਆ ਰਿਹਾ, ਐਨੀਥਿੰਗ, ਕੁਝ ਵੀ, ਇਫ ਆਈ ਗੈਟ ਸਮ ਮਨੀ ਟੂ ਫੀਡ ਮਾਈ ਫੈਮਿਲੀ, ਜੇ ਕਹਿੰਦਾ ਮੈਨੂੰ ਕੁਛ ਪੈਸੇ ਮਿਲ ਜਾਂਦੇ ਨੇ ਮੇਰੇ ਟੱਬਰ ਨੂੰ ਪਾਲਣ ਵਾਸਤੇ ਤਾਂ ਮੈਂ ਕੁਛ ਵੀ ਕਰੂੰਗਾ। ਸੈਡ ਦਾ ਪੂਅਰ ਬ੍ਰਾਹਮਣ, ਉਸ ਗਰੀਬ ਬ੍ਰਾਹਮਣ ਨੇ ਕਿਹਾ। ਬਿਫੋਰ ਬੀਰਬਲ ਕੁਡ ਰਿਪਲਾਈ, ਇਦੋਂ ਪਹਿਲਾਂ ਕਿ ਬੀਰਬਲ ਕੁਛ ਉੱਤਰ ਦਿੰਦਾ। ਮਤਲਬ ਉਹ ਬ੍ਰਾਹਮਣ ਪਹਿਲਾਂ ਹੀ ਬੋਲ ਪਿਆ ਵੀ ਹਾਂ ਮੈਂ ਕੁਛ ਵੀ ਕਰੂੰਗਾ ਜੇ ਮੈਨੂੰ ਪੈਸੇ ਮਿਲ ਜਾਂਦੇ ਨੇ ਮੇਰੇ ਫੈਮਿਲੀ ਨੂੰ, ਮੇਰੇ ਟੱਬਰ ਨੂੰ ਭੋਜਨ ਦੇਣ ਵਾਸਤੇ। ਠੀਕ ਹੈ ਜੀ। ਦ ਕਿੰਗ ਸੈਡ ਟੂ ਦ ਬ੍ਰਾਹਮਣ, ਰਾਜੇ ਨੇ ਬ੍ਰਾਹਮਣ ਨੂੰ ਕਿਹਾ, ਸਟੈਂਡ ਇਨਸਾਈਡ ਦ ਫਰੋਜ਼ਨ ਪੌਂਡ ਆਲ ਥਰੂ ਦ ਨਾਈਟ, ਕਹਿੰਦਾ ਜੰਮੇ ਹੋਏ ਟੋਬੇ 'ਚ ਖੜ ਜਾ। ਫਰੋਜ਼ਨ ਦਾ ਮਤਲਬ ਬਹੁਤ ਜ਼ਿਆਦਾ ਸ਼ੀਤ, ਠੰਡਾ, ਉਹ 'ਚ ਖੜ ਜਾ। ਕਹਿੰਦਾ ਵਿਦਾਊਟ, ਆਲ ਥਰੂ ਦ ਨਾਈਟ, ਸਾਰੀ ਰਾਤ ਖੜਾ ਰਿਹਾ ਉੱਥੇ। ਵਿਦਾਊਟ ਐਨੀ ਕਲੋਥਸ, ਬਿਨਾਂ ਕੱਪੜਿਆਂ ਤੋਂ। ਐਂਡ ਆਈ ਵਿਲ ਗਿਵ ਯੂ 2000 ਗੋਲਡ ਕੋਇਨਸ, ਅਤੇ ਮੈਂ ਤੈਨੂੰ 2000 ਸੋਨੇ ਦੇ ਸਿੱਕੇ ਦਊਂਗਾ। ਠੀਕ ਹੈ ਜੀ। ਤਾਂ ਇਹ ਰਾਜੇ ਨੇ ਉਹਨੂੰ ਕਿਹਾ, ਮਤਲਬ ਅਕਬਰ ਨੇ ਉਹਨੂੰ ਕਿਹਾ ਵੀ ਤੂੰ ਠੰਡੀ ਰਾਤ ਦੇ ਵਿੱਚ, ਠੰਡੇ ਬਹੁਤ ਹੀ ਸ਼ੀਤ ਕਿਹਦੇ ਵਿੱਚ ਖੜਦਾ ਜਾ ਕੇ?
ਟੋਬੇ 'ਚ ਖੜ ਜਾ ਤਾਂ ਮੈਂ ਤੈਨੂੰ ਕੀ ਦਊਂਗਾ 2000, ਬਿਨਾਂ ਕੱਪੜਿਆਂ ਤੋਂ ਖੜ ਜਾ ਤਾਂ ਮੈਂ ਤੈਨੂੰ 2000 ਸੋਨੇ ਦੇ ਸਿੱਕੇ ਦਊਂਗਾ। ਦ ਪੂਅਰ ਬ੍ਰਾਹਮਣ ਨੀਡਡ ਮਨੀ, ਜਿਹੜਾ ਵਿਚਾਰਾ ਗਰੀਬ ਬ੍ਰਾਹਮਣ ਸੀਗਾ ਉਹਨੂੰ ਪੈਸੇ ਦੀ ਲੋੜ ਸੀ। ਨੀਡਡ ਮਤਲਬ ਲੋੜ, ਨੀਡ ਮਤਲਬ ਹੁੰਦੀ ਆ ਲੋੜ, ਨੀਡਡ ਮਤਲਬ ਲੋੜ ਸੀ ਉਹਨੂੰ ਮਨੀ। ਹੀ ਹੈਡ ਨੋ ਚੋਇਸ, ਉਹਦੇ ਕੋਲ ਕੋਈ ਹੋਰ ਰਾਸਤਾ ਨਹੀਂ ਸੀ। ਚੋਇਸ ਮਤਲਬ ਰਾਸਤਾ, ਆਪਸ਼ਨ। ਹੀ ਸਟੁੱਡ ਇਨ ਦ ਫਰੋਜ਼ਨ ਪੌਂਡ, ਉਹ ਖੜ ਗਿਆ ਜਾ ਕੇ ਬਹੁਤ ਹੀ ਸ਼ੀਤ ਟੋਬੇ ਦੇ ਵਿੱਚ। ਆਲ ਥਰੂ ਦ ਨਾਈਟ ਸ਼ਿਵਰਿੰਗ, ਸਾਰੀ ਰਾਤ ਕੰਬਦਾ ਕੰਬਦਾ ਉਹ ਉੱਥੇ ਖੜਾ ਰਿਹਾ ਫਰੋਜ਼ਨ ਪੌਂਡ ਦੇ ਵਿੱਚ। ਇਹਦਾ ਮਤਲਬ ਹੁੰਦਾ ਕੰਬਣਾ, ਠੀਕ ਹੈ ਜੀ। ਆਹ ਦੇਖੋ ਉਹ ਖੜਾ ਗਾ ਟੋਬੇ 'ਚ, ਉਹ ਨਾਲ ਸਿਪਾਹੀ ਦੇਖ ਰਹੇ ਨੇ ਉਹਨੂੰ ਵੀ ਇਹ ਵਿੱਚ ਖੜਾ ਗਾ, ਉਹ ਆਰਾਮ ਪੂਰਾ ਖੜਾ ਵਿਚਾਰਾ, ਠੀਕ ਹੈ। ਉਹ ਪਿੱਛੇ ਪਿੱਛੇ ਦੇਖੋ ਮਹਿਲ ਹੈ, ਮਹਿਲ ਦੇ ਉਹ ਜਗ ਰਹੇ ਨੇ ਬੱਲਬ, ਬੱਲਬ ਨਹੀਂ ਮਤਲਬ ਉੱਥੇ ਉਹ ਲੱਗੇ ਹੋਏ ਨੇ, ਕੈਂਡਲਸ ਵਗੈਰਾ ਲੱਗੀਆਂ ਹੋਈਆਂ ਨੇ, ਕਿਉਂਕਿ ਉਦੋਂ ਬੱਲਬ ਤਾਂ ਬੇਟਾ ਹੁੰਦੇ ਨਹੀਂ ਹੋਣਗੇ ਹੈ ਨਾ, ਤਾਂ ਉੱਥੇ ਰੌਸ਼ਨੀ ਆ ਰਹੀ ਆ ਉੱਥੋਂ, ਉੱਪਰ ਚੰਦ ਹੈ, ਮਤਲਬ ਇਹ ਰਾਤ ਦਾ ਸੀਨ ਦਿਖਾਇਆ ਹੋਇਆ ਗਾ ਇਹਨਾਂ ਨੇ। ਇਨ ਦ ਮਾਰਨਿੰਗ he returned to Akbar's court to receive his reward of 2000 gold coins। ਕਹਿੰਦਾ ਸਵੇਰੇ ਉਹ ਅਕਬਰ ਦੇ ਦਰਬਾਰ 'ਚ ਆਇਆ ਟੂ ਰਿਸੀਵ, ਲੈਣ ਵਾਸਤੇ, ਆਪਣਾ ਇਨਾਮ, ਹਿਜ਼ ਰਿਵਾਰਡ, ਰਿਵਾਰਡ ਦਾ ਮਤਲਬ ਹੁੰਦਾ ਇਨਾਮ, ਹਿਜ਼ ਦਾ ਮਤਲਬ ਆਪਣਾ, ਉਸ ਦਾ ਮਤਲਬ, ਠੀਕ ਹੈ। ਆਫ 2000 ਗੋਲਡ ਕੋਇਨਸ, ਕਹਿੰਦਾ ਸਵੇਰੇ ਉਹ ਅਕਬਰ ਦੇ ਦਰਬਾਰ ਵਿੱਚ ਆਪਣਾ 2000 ਸਿੱਕਿਆਂ ਦਾ, ਸੋਨੇ ਦੇ ਸਿੱਕਿਆਂ ਦਾ ਇਨਾਮ ਲੈਣ ਲਈ ਆਇਆ। ਦ ਕਿੰਗ ਆਸਕਡ ਦ ਬ੍ਰਾਹਮਣ, ਕਿੰਗ ਨੇ ਮਤਲਬ ਰਾਜੇ ਨੇ ਬ੍ਰਾਹਮਣ ਤੋਂ ਪੁੱਛਿਆ, ਕੀ ਪੁੱਛਿਆ? ਉਹ ਵੀ ਹੈਰਾਨ ਹੋ ਗਿਆ ਹੋਊਗਾ, ਕੀ ਪੁੱਛਿਆ ਹੋਊ ਵੀ ਤੂੰ ਇੰਨੀ ਠੰਡੀ ਰਾਤ ਦੇ ਵਿੱਚ ਕਿਵੇਂ ਖੜਾ ਰਿਹਾ ਜੰਮੇ ਹੋਏ ਪੌਂਡ ਦੇ ਵਿੱਚ, ਠੀਕ ਹੈ। ਹੀ ਹਾਊ ਕੁਡ ਯੂ ਸਟੈਂਡ ਇਨ ਦ ਫਰੋਜ਼ਨ ਪੌਂਡ ਇਨ ਸਚ ਐਨ ਐਕਸਟ੍ਰੀਮ ਟੈਂਪਰੇਚਰ, ਕਹਿੰਦਾ ਤੂੰ ਕਿਵੇਂ ਖੜਾ ਰਿਹਾ, ਹਾਊ ਕੁਡ ਯੂ, ਤੂੰ ਕਿਵੇਂ, ਸਟੈਂਡ ਇਨ ਦ ਫਰੋਜ਼ਨ ਪੌਂਡ, ਖੜਾ ਰਿਹਾ ਕਿਹਦੇ ਵਿੱਚ, ਫਰੋਜ਼ਨ ਪੌਂਡ ਦੇ ਵਿੱਚ। ਫਰੋਜ਼ਨ ਪੌਂਡ ਦਾ ਮਤਲਬ ਕੀ, ਬਹੁਤ ਹੀ ਠੰਡਾ ਟੋਭਾ। ਇਨ ਸਚ ਐਨ ਐਕਸਟ੍ਰੀਮ ਟੈਂਪਰੇਚਰ, ਐਕਸਟ੍ਰੀਮ ਮਤਲਬ, ਐਕਸਟ੍ਰੀਮ ਦਾ ਮਤਲਬ ਹੁੰਦਾ ਪੁੱਤ ਅੱਤ ਦਾ ਟੈਂਪਰੇਚਰ, ਅੱਤ ਮਤਲਬ ਜਿਹੜਾ ਬਹੁਤ ਹੀ ਜ਼ਿਆਦਾ ਆਪਾਂ ਕਹਿ ਦਈਏ, ਯੂ ਕੈਨ ਸੇ ਇੱਕ ਪਾਸੇ ਦਾ, ਮਤਲਬ ਬਹੁਤ ਹੀ ਜ਼ਿਆਦਾ ਲੈਵਲ ਦਾ, ਠੀਕ ਹੈ। ਹਾਈ ਟੈਂਪਰੇਚਰ ਕਹਿ ਸਕਦੇ ਹਾਂ ਜਿਹਨੂੰ ਆਪਾਂ। ਤੂੰ ਕਹਿੰਦਾ ਕਿਵੇਂ ਇੰਨੇ ਠੰਡੇ ਵਾਤਾਵਰਨ ਦੇ ਵਿੱਚ, ਇੰਨੇ ਜ਼ਿਆਦਾ ਠੰਡੇ ਵਾਤਾਵਰਨ ਦੇ ਵਿੱਚ ਉੱਥੇ ਖੜਾ ਰਿਹਾ, ਅੱਤ ਦੇ ਠੰਡੇ ਵਾਤਾਵਰਨ ਦੇ ਵਿੱਚ ਤੂੰ ਉੱਥੇ ਖੜਾ ਰਿਹਾ, ਅੱਤ ਦੇ ਠੰਡੇ ਟੈਂਪਰੇਚਰ ਦੇ ਵਿੱਚ, ਤਾਪਮਾਨ ਦੇ ਵਿੱਚ ਤੂੰ ਉੱਥੇ ਖੜਾ ਰਿਹਾ। ਦ ਇਨੋਸੈਂਟ ਬ੍ਰਾਹਮਣ ਰਿਪਲਾਈ, ਕਹਿੰਦਾ ਭੋਲੇ ਬ੍ਰਾਹਮਣ ਨੇ ਉੱਤਰ ਦਿੱਤਾ। ਇਨੋਸੈਂਟ ਦਾ ਮਤਲਬ ਹੁੰਦਾ ਭੋਲਾ। ਭੋਲੇ ਬ੍ਰਾਹਮਣ ਨੇ ਉੱਤਰ ਦਿੱਤਾ, ਆਈ ਕੁਡ ਸੀ ਫੇਂਟਲੀ ਗਲੋਇੰਗ ਲਾਈਟਸ ਆਫ ਦ ਪੈਲੇਸ ਅ ਮਾਈਲ ਅਵੇ ਐਂਡ ਦੈਟ ਵਾਜ਼ ਅ ਰੇ ਆਫ ਹੋਪ ਫॉर ਮੀ। ਕਹਿੰਦਾ ਮੈਂ ਦੇਖਦਾ ਰਿਹਾ ਜਿਹੜੀਆਂ ਲਾਈਟਸ ਜਗ ਰਹੀਆਂ ਸੀਗੀਆਂ, ਕਿਹਦੇ ਵਿੱਚ, ਪੈਲੇਸ ਦੇ ਵਿੱਚ, ਮਹਿਲ ਦੇ ਵਿੱਚ। ਕਹਿੰਦਾ ਕਿੰਨੀ ਦੂਰ ਸੀ ਉਹ, 1 ਮੀਲ ਦੂਰੀ ਤੇ ਕਹਿੰਦਾ ਉਹ ਮੇਰੇ ਲਈ ਆਸ਼ਾ ਦੀ ਕਿਰਨ ਬਣੀਆਂ ਰਹੀਆਂ, ਠੀਕ ਹੈ। ਮਤਲਬ ਉਹ ਦੇਖਦਾ ਰਿਹਾ ਹੋਊਗਾ, ਇੱਧਰ ਨੂੰ ਮੂੰਹ ਹੋਊਗਾ ਉਹਦਾ, ਉਹ ਦੇਖਦਾ ਰਿਹਾ ਹੋਊ ਪੈਲੇਸ ਆਲੇ ਦੁਆਲੇ ਹੋਊ ਸਾਰੇ ਕਿਤੇ, ਵੀ ਮੈਨੂੰ ਉਹ ਦਿਖਦੀਆਂ ਰਹੀਆਂ ਤੇ ਉਹ ਮੇਰੇ ਲਈ ਇੱਕ ਆਸ ਦੀ ਕਿਰਨ ਬਣੀਆਂ ਰਹੀਆਂ, ਠੀਕ ਹੈ ਜੀ। I kept looking at the lights and thinking about my family। ਕਹਿੰਦਾ ਮੈਂ ਲਾਈਟਸ ਦੇਖਦਾ ਰਿਹਾ, ਰੌਸ਼ਨੀਆਂ ਨੂੰ ਦੇਖਦਾ ਰਿਹਾ ਤੇ ਆਪਦੇ ਟੱਬਰ ਬਾਰੇ ਸੋਚਦਾ ਰਿਹਾ। that they will get food if I continue to stand in the pond। ਕਹਿੰਦਾ ਕੀ ਉਹ ਭੋਜਨ ਪ੍ਰਾਪਤ ਕਰ ਲੈਣਗੇ ਜੇ ਮੈਂ ਲਗਾਤਾਰ, ਕੰਟੀਨਿਊ ਦਾ ਮਤਲਬ ਲਗਾਤਾਰ, ਖੜਾ ਰਿਹਾ ਕਿਹਦੇ ਵਿੱਚ, ਟੋਬੇ ਦੇ ਵਿੱਚ, ਠੀਕ ਹੈ ਜੀ। ਤਾਂ ਉਹ ਇਹ ਚੀਜ਼ ਸੋਚ ਕੇ, ਉਹਨਾਂ ਨੂੰ ਦੇਖ ਕੇ, ਜਿਹੜੀਆਂ ਲਾਈਟਸ ਜਗ ਰਹੀਆਂ ਸੀਗੀਆਂ ਉਹਨਾਂ ਨੂੰ ਦੇਖ ਕੇ ਉਹ ਖੜਾ ਰਿਹਾ ਤੇ ਆਪਦਾ ਸੋਚਦਾ ਰਿਹਾ ਵੀ ਜੇ ਮੈਂ ਜਿੰਨਾ ਖੜਾ ਰਿਹਾ ਤਾਂ ਮੇਰੇ ਘਰੇ ਭੋਜਨ ਤਾਂ ਘੱਟੋ ਘੱਟ ਮਿਲ ਜੂਗਾ, ਠੀਕ ਹੈ ਜੀ। ਅਕਬਰ ਸਡਨਲੀ ਬਿਕਮ ਵੈਰੀ ਸਟਰਨ, ਕਹਿੰਦਾ ਅਕਬਰ
ਅਚਾਨਕ ਹੀ, ਸਡਨਲੀ ਦਾ ਮਤਲਬ ਹੁੰਦਾ ਅਚਾਨਕ, ਅਚਾਨਕ ਹੀ ਬਹੁਤ ਕਰੂਰ ਹੋ ਗਿਆ। ਸਟਰਨ ਦਾ ਮਤਲਬ ਹੁੰਦਾ ਕਰੂਰ, ਸਖਤ, ਕਠੋਰ ਹੋ ਗਿਆ। ਹੀ ਸੈਡ ਹਾਰਸ਼ਲੀ, ਉਹਨੇ ਬਹੁਤ ਹੀ ਸਖਤ ਸ਼ਬਦਾਂ 'ਚ ਕਿਹਾ। ਹਾਰਸ਼ਲੀ ਦਾ ਮਤਲਬ ਸਖਤ ਸ਼ਬਦਾਂ 'ਚ। ਓ ਬ੍ਰਾਹਮਣ, ਓ ਬ੍ਰਾਹਮਣ, ਯੂ ਹੈਵ ਚੀਟਡ ਮੀ, ਤੂੰ ਕਹਿੰਦਾ ਮੈਨੂੰ ਧੋਖਾ ਦਿੱਤਾ। ਆਈ ਵਿਲ ਨਾਟ ਗਿਵ ਯੂ ਐਨੀ ਰਿਵਾਰਡ ਫॉर ਦਿਸ, ਕਹਿੰਦਾ ਮੈਂ ਤੈਨੂੰ ਕੋਈ ਇਨਾਮ ਨਹੀਂ ਦੇ ਰਿਹਾ ਇਹਦੇ ਵਾਸਤੇ। ਹੀ ਲੁਕਡ ਐਟ ਦ ਪੈਲੇਸ ਲਾਈਟਸ, ਯੂ ਲੁਕਡ ਐਟ ਦ ਪੈਲੇਸ ਲਾਈਟਸ ਐਂਡ ਗੋਟ ਵਾਰਮਥ ਫਰੋਮ ਦ ਲਾਈਟ, ਕਹਿੰਦਾ ਤੂੰ ਪੈਲੇਸ ਦੀਆਂ ਲਾਈਟਾਂ ਨੂੰ ਦੇਖਿਆ ਗਾ, ਤੂੰ ਮਹਿਲ ਦੀਆਂ ਲਾਈਟਾਂ ਨੂੰ ਦੇਖਿਆ ਅਤੇ ਤੂੰ ਉੱਥੋਂ ਗਰਮੀ, ਠੀਕ ਹੈ, ਪ੍ਰਾਪਤ ਕੀਤੀ ਆ। ਵੀ ਉਹ ਤੈਨੂੰ ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਵੀ ਧੂਣੀ ਕੋਲ ਬਹਿ ਕੇ ਆਪਾਂ ਨੂੰ ਗਰਮੀ ਆਉਂਦੀ ਆ, ਗਰਮੈਸ਼ ਪ੍ਰਾਪਤ ਹੁੰਦੀ ਆ। ਕਹਿੰਦਾ ਤੂੰ ਉਹਨਾਂ ਲਾਈਟਸ ਨੂੰ ਦੇਖ ਕੇ ਜਿਹੜੀਆਂ 1 ਮੀਲ ਦੂਰ ਸੀਗੀਆਂ, ਉਹਨਾਂ ਨੂੰ ਦੇਖ ਕੇ ਤੂੰ ਗਰਮੀ ਪ੍ਰਾਪਤ ਕੀਤੀ ਆ। ਤੂੰ ਗਰਮ ਰਹਾਂਗਾ, ਤੂੰ ਠੰਡ 'ਚ ਤਾਂ ਖੜ੍ਹਾ ਹੀ ਨਹੀਂ ਗਾ, ਠੀਕ ਹੈ, ਵੀ 1 ਮੀਲ ਦੂਰ ਸੀ, ਤੂੰ ਲਾਈਟਸ ਦੇਖੀ ਗਿਆ, ਤੈਨੂੰ ਉੱਥੋਂ ਗਰਮੀ ਮਿਲੀ ਗਈ। ਯੂ ਡੂ ਨਾਟ ਡਿਜ਼ਰਵ ਦਾ ਰਿਵਾਰਡ, ਕਹਿੰਦਾ ਤੂੰ ਇਨਾਮ ਨਹੀਂ ਡਿਜ਼ਰਵ ਕਰਦਾ, ਮਤਲਬ ਤੂੰ ਇਨਾਮ ਲੈਣ ਯੋਗ ਨਹੀਂ ਹੈ, ਠੀਕ ਹੈ। ਨੋ ਡੂ, ਡਿਜ਼ਰਵ ਕਰਨ ਦਾ ਮਤਲਬ ਹੁੰਦਾ ਯੋਗ, ਠੀਕ ਹੈ। ਡੂ ਨਾਟ ਡਿਜ਼ਰਵ ਮਤਲਬ ਅਯੋਗ, ਕਹਿੰਦਾ ਤੂੰ ਇਨਾਮ ਲੈਣ ਦੇ ਯੋਗ ਨਹੀਂ ਹੈ, ਠੀਕ ਹੈ। ਬੀਰਬਲ ਸੈਡ, ਫਿਰ ਬੀਰਬਲ ਨੇ ਕਿਹਾ, ਯੂਅਰ ਮੈਜੈਸਟੀ, ਮਹਾਰਾਜ, ਇਟ ਇਜ਼ ਇੰਪੋਸੀਬਲ ਟੂ ਗੈਟ ਦਾ ਵਾਰਮਥ ਫਰੋਮ ਦਾ ਲਾਈਟਸ ਗਲੋਇੰਗ ਸੋ ਫਾਰ, ਕਹਿੰਦਾ ਜੀ ਇਹ ਤਾਂ ਬਿਲਕੁਲ ਨਾਮੁਮਕਿਨ ਆ। ਇੰਪੋਸੀਬਲ ਦਾ ਮਤਲਬ ਹੁੰਦਾ ਨਾਮੁਮਕਿਨ। ਟੂ ਗੈਟ ਦਾ ਵਾਰਮਥ, ਵਾਰਮਥ ਮਤਲਬ ਉਹੀ ਗਰਮੈਸ਼, ਕਹਿੰਦਾ ਇਹ ਤਾਂ ਜੀ ਜਮੀ ਨਾਮੁਮਕਿਨ ਗੱਲ ਆ ਵੀ ਆਪਾਂ ਇੰਨੀ ਦੂਰੋਂ, ਸੋ ਫਾਰ ਦਾ ਮਤਲਬ ਇੰਨੀ ਦੂਰ ਤੋਂ ਜਿਹੜੀਆਂ ਲਾਈਟਸ ਗਲੋ ਕਰ ਰਹੀਆਂ ਨੇ ਉਹਨਾਂ 'ਚੋਂ ਕੋਈ ਗਰਮੀ ਪ੍ਰਾਪਤ ਕਰੀਏ, ਠੀਕ ਹੈ ਜੀ। ਉਹ ਤਾਂ ਹੁਣ ਪਤਾ ਹੀ ਆ ਵੀ ਇੰਨੀ ਦੂਰ ਤੋਂ ਕੀ ਗਰਮੀ ਉਹਨੂੰ ਮਿਲ ਰਹੀ ਹੋਊ ਵਿਚਾਰੇ ਨੂੰ। ਉਹ ਤਾਂ ਇੱਕ ਬਸ ਆਪਦੇ ਮਨ ਦੇ, ਇੱਕ ਆਪਾਂ ਕਹਿ ਦਈਏ ਵੀ ਮੋਟੀਵੇਸ਼ਨ ਵਾਸਤੇ ਪੁੱਤ ਉਹ ਉੱਥੇ ਖੜ੍ਹਾ ਰਿਹਾ, ਵੀ ਹਾਂ ਉਹ ਸੋਚਦਾ ਰਿਹਾ ਬਸ ਬਾਰ-ਬਾਰ ਵੀ ਮੈਨੂੰ ਗਰਮੀ ਮਿਲ ਰਹੀ ਆ। ਉਹਦੀ ਮਤਲਬ ਉਹਦੀ ਕੀ ਸੀ, ਉਹਦੀ ਮਨ ਦੀ ਜਿਹੜੀ ਸ਼ਕਤੀ ਸੀ, ਉਹਦੀ ਇੱਛਾ ਸ਼ਕਤੀ ਨੇ ਉਹਨੂੰ ਉੱਥੇ ਖੜਾਈ ਰੱਖਿਆ, ਉਹਦੀ ਮਨ ਦੀ ਸ਼ਕਤੀ ਨੇ ਉਹਨੂੰ ਉੱਥੇ ਖੜਾਈ ਰੱਖਿਆ, ਬਸ ਉਹ ਫੀਲ ਕਰਦਾ ਰਿਹਾ। ਜਦ ਕਿ ਆਪਾਂ ਨੂੰ ਪਤਾ ਵੀ 1 ਮੀਲ ਦੂਰ ਜੇ ਅੱਗ ਜਲ ਰਹੀ ਹੈ ਤਾਂ ਉਹਦੀ ਜਿਹੜੀ ਪੁੱਤ ਗਰਮੈਸ਼ ਆ ਉਹ ਆਪਣੇ ਤੱਕ ਤਾਂ ਜਮੀ ਵੀ ਨਹੀਂ ਆ ਸਕਦੀ ਨਾ, ਠੀਕ ਹੈ। ਅਕਬਰ ਡਿਡ ਨਾਟ ਲਿਸਨ ਟੂ ਹਿਮ, ਕਹਿੰਦਾ ਅਕਬਰ ਨੇ ਉਹਦੀ ਗੱਲ ਨਹੀਂ ਸੁਣੀ, ਬਸ ਕਹਿੰਦਾ ਮੈਂ ਨਹੀਂ ਤੈਨੂੰ ਇਨਾਮ ਦੇਣਾ, ਤੂੰ ਮੈਨੂੰ ਧੋਖਾ ਕੀਤਾ ਮੇਰੇ ਨਾਲ, ਤੂੰ ਤਾਂ ਉੱਥੋਂ ਗਰਮੀ ਲਈ ਗਿਆ ਗਾ, ਠੀਕ ਹੈ। ਹੁਣ ਤੁਹਾਨੂੰ ਕੀ ਲੱਗਦਾ ਪੁੱਤ ਵੀ ਇਹ ਅਕਬਰ ਨੇ ਸਹੀ ਕੀਤਾ ਜਾਂ ਗਲਤ ਕੀਤਾ? ਇਹਦੇ ਬਾਰੇ ਸੋਚਿਓ। ਅਤੇ ਜਿਹੜਾ ਰਹਿੰਦੀ ਕਹਾਣੀ ਆ ਉਹ ਆਪਾਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ ਕੱਲ੍ਹ ਨੂੰ। ਤਾਂ ਇੱਥੇ ਤੱਕ ਬੇਟਾ ਇਹਨੂੰ ਰੀਡ ਕਰੋ, ਜਿਹੜੇ ਜਿਹੜੇ ਸ਼ਬਦ ਤੁਹਾਨੂੰ ਨਹੀਂ ਪਤਾ ਲੱਗਦੇ ਉਹਨਾਂ ਨੂੰ ਟਿਕ ਕਰਕੇ ਫੋਨ ਦੇ ਉੱਤੇ ਚੈੱਕ ਕਰੋ ਉਹਨਾਂ ਦਾ ਮਤਲਬ ਕੀ ਆ। ਅਦਰਵਾਈਜ਼ ਮੈਂ ਸਾਰੇ ਸ਼ਬਦ ਤੁਹਾਨੂੰ ਕਰਾ ਦਿੱਤੇ ਨੇ, ਠੀਕ ਹੈ। ਇਹਨੂੰ ਬਾਰ-ਬਾਰ ਰੀਡ ਕਰੋ, ਪ੍ਰੋਪਰਲੀ ਰੀਡ ਕਰੋ। ਥੈਂਕ ਯੂ ਬੇਟਾ।